फ्रेंड्स इस वीडियो ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕੋਰਿਲੇਟਿਵ ਕੰਜੰਕਸ਼ਨਸ ਬਾਰੇ ਯੈਸ ਇਹ ਉਹ ਕੰਜੰਕਸ਼ਨਸ ਹੁੰਦੇ ਨੇ ਜੋ ਕਿ ਪੇਅਰ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਯੈਸ ਕੋਰਿਲੇਟਿਵ ਕੰਜੰਕਸ਼ਨਸ ਨੂੰ ਹਮੇਸ਼ਾ ਹੀ ਪੇਅਰ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਪੇਅਰ ਯਾਨੀ ਕਿ ਜੋੜਾ ਇਹ ਕਦੇ ਵੀ ਸਿੰਗਲ ਨਹੀਂ ਯੂਜ਼ ਹੁੰਦੇ ਹਮੇਸ਼ਾ ਇਹਨਾਂ ਨੂੰ ਜੋੜੇ ਦੇ ਵਿੱਚ ਯਾਨੀ ਕਿ ਪੇਅਰ ਦੇ ਵਿੱਚ ਹੀ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕਿ ਆਈਦਰ ਔਰ ਦੋ ਯੈਟ ਬਟ ਆਲਸੋ ਹੁਣ ਅਸੀਂ ਫਸਟ ਜੋ ਕੋਰਿਲੇਟਿਵ ਕੰਜੰਕਸ਼ਨ ਹੈ ਦੈਟ ਇਜ਼ ਬੋਥ ਐਂਡ ਯਾਨੀ ਕਿ ਦੋਨੋਂ ਅਤੇ ਬੋਥ ਐਂਡ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਜਦੋਂ ਦੋ ਆਬਜੈਕਟਸ ਨੂੰ ਆਪਸ ਦੇ ਵਿੱਚ ਕਨੈਕਟ ਕਰਨਾ ਹੋਵੇ ਉਦੋਂ ਬੋਥ ਐਂਡ ਦਾ ਯੂਜ਼ ਕਿਸ ਤਰ੍ਹਾਂ ਹੋਏਗਾ ਹੀ ਇਜ਼ ਬੋਥ ਰਿਚ ਐਂਡ ਜੈਨਰਸ ਇੱਥੇ ਕੀ ਹੈ ਕਿ ਉਹ ਦੋਵੇਂ ਅਮੀਰ ਅਤੇ ਖੁੱਲ੍ਹੇ ਦਿਲ ਵਾਲਾ ਹੈ ਯਾਨੀ ਕਿ ਉਹ ਅਮੀਰ ਵੀ ਹੈ ਅਤੇ ਖੁੱਲ੍ਹੇ ਦਿਲ ਵਾਲਾ ਵੀ ਹੈ Next is both teachers and students are using online method of study. ਦੋਵੇਂ ਅਧਿਆਪਕ ਅਤੇ ਬੱਚੇ ਆਨਲਾਈਨ ਅਧਿਐਨ ਦਾ ਜੋ ਮੈਥਡ ਹੈ ਉਹ ਯੂਜ਼ ਕਰ ਰਹੇ ਨੇ ਸੋ ਇੱਥੇ ਵੀ ਅਗੇਨ ਜੋ ਇੱਥੇ ਦੋ ਸਬਜੈਕਟਸ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਨੈਕਸਟ ਇਜ਼ ਬੋਥ ਸ਼ੀ ਐਂਡ ਹਰ ਸਿਸਟਰ ਹੈਵ ਕਾਰਸ ਯਾਨੀ ਕਿ ਉਹਦੇ ਕੋਲ ਅਤੇ ਉਸਦੀ ਭੈਣ ਦੋਵਾਂ ਕੋਲ ਹੀ ਕਾਰਾਂ ਹਨ ਸੋ ਬੇਸਿਕਲੀ ਇਹਨਾਂ ਸੈਂਟੈਂਸਿਸ ਦਾ ਜੋ ਮਤਲਬ ਨਿਕਲਦਾ ਹੈ ਉਹ ਇਹ ਹੈ ਕਿ ਬੋਥ ਐਂਡ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਦੋ ਆਬਜੈਕਟਸ ਜਾਂ ਫਿਰ ਦੋ ਸਬਜੈਕਟਸ ਨੂੰ ਆਪਸ ਦੇ ਵਿੱਚ ਜੋੜਨ ਲਈ ਜਦੋਂ ਅਸੀਂ ਇਹ ਕਹਿਣਾ ਹੋਵੇ ਕਿ ਉਹ ਦੋਵੇਂ ਯਾਨੀ ਕਿ ਹੀ ਇਜ਼ ਬੋਥ ਰਿਚ ਐਂਡ ਜੈਨਰਸ ਯਾਨੀ ਕਿ ਉਹ ਅਮੀਰ ਵੀ ਹੈ ਅਤੇ ਖੁੱਲ੍ਹੇ ਦਿਲ ਵਾਲਾ ਵੀ ਹੈ ਸੋ ਬੋਥ ਐਂਡ ਨੂੰ ਦੋ ਆਬਜੈਕਟਸ ਔਰ ਦੋ ਸਬਜੈਕਟਸ ਨੂੰ ਕਨੈਕਟ ਕਰਨ ਦੇ ਲਈ ਵਰਤਿਆ ਜਾਂਦਾ ਹੈ ਨੈਕਸਟ ਕੋਰਿਲੇਟਿਵ ਕੰਜੰਕਸ਼ਨ ਇਜ਼ ਆਈਦਰ ਔਰ ਜਾਂ ਤਾਂ ਇਹ ਜਾਂ ਫਿਰ ਉਹ ਦੋਨਾਂ ਵਿੱਚੋਂ ਇੱਕ ਸੋ ਆਈਦਰ ਔਰ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜਦੋਂ ਕਿ ਦੋ ਜੋ ਅਸੀਂ ਚੀਜ਼ਾਂ ਬਾਰੇ ਗੱਲ ਕਰ ਰਹੇ ਉਹਨਾਂ ਦੋਨਾਂ ਦੇ ਵਿੱਚੋਂ ਇਹ ਦੱਸਣਾ ਹੋਵੇ ਕਿ ਜਾਂ ਤਾਂ ਇਹ ਕੰਮ ਹੋਇਆ ਜਾਂ ਫਿਰ ਉਹ ਐਂਡ ਆਈਦਰ ਔਰ ਸੇਮ ਗ੍ਰਾਮੈਟੀਕਲ ਟਾਈਪ ਦੇ ਜੋ ਦੋ ਆਈਟਮਸ ਹੁੰਦੀਆਂ ਨੇ ਉਹਨਾਂ ਨੂੰ ਕਨੈਕਟ ਕਰਨ ਲਈ ਵਰਤਿਆ ਜਾਂਦਾ ਹੈ ਐਂਡ ਸੇਮ ਗ੍ਰਾਮੈਟੀਕਲ ਟਾਈਪ ਬਾਰੇ ਅਸੀਂ ਆਲਰੇਡੀ ਕੋਆਰਡੀਨੇਟਿਵ ਕੰਜੰਕਸ਼ਨਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ We can either pre or post date the document. I don't mind. ਅਸੀਂ ਜਾਂ ਤਾਂ ਦਸਤਾਵੇਜ਼ ਨੂੰ ਪ੍ਰੀ ਡੇਟ ਕਰ ਸਕਦੇ ਹਾਂ ਜਾਂ ਫਿਰ ਪੋਸਟ ਡੇਟ ਸੋ ਦੋਨੋਂ ਜੋ ਸੇਮ ਗ੍ਰਾਮੈਟੀਕਲ ਟਾਈਪ ਦੇ ਜੋ ਦੋ ਚੀਜ਼ਾਂ ਨੇ ਦੋ ਆਈਟਮਸ ਨੇ ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਗਿਆ ਨੈਕਸਟ ਇਜ਼ ਇਟਸ ਆਈਦਰ ਬਲੈਕ ਔਰ ਗ੍ਰੇ ਜਾਂ ਤਾਂ ਇਹ ਕਾਲਾ ਹੈ ਜਾਂ ਫਿਰ ਗ੍ਰੇ ਸੋ ਇੱਥੇ ਬਲੈਕ ਔਰ ਗ੍ਰੇ ਜੋ ਕਿ ਨਾਊਨਸ ਨੇ ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਗਿਆ ਯੂ ਕੈਨ ਸਟੇ ਆਈਦਰ ਵਿਦ ਮੀ ਔਰ ਵਿਦ ਜੈਨਟ ਤੁਸੀਂ ਜਾਂ ਤਾਂ ਮੇਰੇ ਨਾਲ ਰਹਿ ਸਕਦੇ ਹੋ ਜਾਂ ਫਿਰ ਜੈਨਟ ਨਾਲ ਸੋ ਇੱਥੇ ਅਗੇਨ ਦੋ ਆਪਸ਼ਨਸ ਦਿੱਤੇ ਗਏ ਨੇ ਯਾਨੀ ਕਿ ਜਾਂ ਤਾਂ ਇਹ ਕੰਮ ਹੋਏਗਾ ਜਾਂ ਫਿਰ ਇਹ ਸੋ ਬੇਸਿਕਲੀ ਅਗਰ ਅਸੀਂ ਦੇਖ ਲਈਏ ਤਾਂ ਆਈਦਰ ਔਰ ਦੋ ਆਪਸ਼ਨਸ ਦੇਣ ਲਈ ਵਰਤਿਆ ਜਾਂਦਾ ਹੈ ਕਿ ਜਾਂ ਤਾਂ ਇਹ ਕੰਮ ਹੋਇਆ ਹੋਏਗਾ ਜਾਂ ਫਿਰ ਇਹ ਵਾਲਾ ਨੈਕਸਟ ਕੋਰਿਲੇਟਿਵ ਕੰਜੰਕਸ਼ਨ ਇਜ਼ ਨਾਈਦਰ ਨੋਰ ਨਾ ਤਾਂ ਇਹ ਨਾ ਫਿਰ ਉਹ ਆਈਦਰ ਔਰ ਕੀ ਕਹਿੰਦਾ ਹੈ ਕਿ ਦੋਨਾਂ ਵਿੱਚੋਂ ਕੋਈ ਇੱਕ ਨਾਈਦਰ ਨੋਰ ਮਤਲਬ ਦੋਨਾਂ ਵਿੱਚੋਂ ਕੋਈ ਵੀ ਨਹੀਂ ਨਾਈਦਰ ਨੋਰ ਵੀ ਯੂਜ਼ ਇਟ ਟੂ ਮੇਕ ਨੈਗੇਟਿਵ ਸਟੇਟਮੈਂਟਸ ਯਾਨੀ ਕਿ ਨੈਗੇਟਿਵ ਸਟੇਟਮੈਂਟ ਲਈ ਬਣਾਉਣ ਲਈ ਵਰਤਿਆ ਜਾਂਦਾ ਹੈ ਅਤੇ ਜਦੋਂ ਦੋ ਆਈਟਮਸ ਨੂੰ ਕਨੈਕਟ ਵੀ ਕਰਨਾ ਹੋਵੇ ਵੀ ਗੋਟ ਸੋ ਵੈਟ ਅਸੀਂ ਬਹੁਤ ਭਿੱਜ ਗਏ ਵੀ ਹੈਡ ਨੀਦਰ ਅੰਬਰੇਲਾਜ਼ ਨੋਰ ਰੇਨ ਕੋਟਸ ਵਿਦ ਅਸ ਸਾਡੇ ਕੋਲ ਨਾ ਤਾਂ ਛਤਰੀ ਸੀ ਨਾ ਹੀ ਰੇਨ ਕੋਟਸ ਦੋਨਾਂ ਦੇ ਵਿੱਚੋਂ ਕੋਈ ਚੀਜ਼ ਵੀ ਨਹੀਂ ਸੀ ਨੈਕਸਟ ਇਜ਼ neither our families nor our friends know that we are getting married ਨਾ ਹੀ ਸਾਡੇ ਪਰਿਵਾਰ ਨੂੰ ਨਾ ਹੀ ਜੋ ਫਰੈਂਡਸ ਨੇ ਉਹਨਾਂ ਨੂੰ ਪਤਾ ਹੈ that we are getting married ਸੋ ਇੱਥੇ neither nor ਦਾ ਮਤਲਬ ਕੀ ਹੈ ਕਿ ਨਾ ਤਾਂ ਇਹ ਨਾ ਫਿਰ ਉਹ ਦੋਨੋਂ ਆਪਸ਼ਨਸ ਦੇ ਵਿੱਚੋਂ ਗਿਵਨ ਜੋ ਆਪਸ਼ਨਸ ਨੇ ਦੋਨਾਂ ਦੇ ਵਿੱਚੋਂ ਕੋਈ ਵੀ ਨਹੀਂ ਨੈਕਸਟ ਇਜ਼ neither Jack nor his wife mentioned anything about moving house ਨਾ ਤਾਂ ਜੈਕ ਨਾ ਹੀ ਉਸਦੀ ਵਾਈਫ ਨੇ ਆਪਣੇ ਘਰ ਮੂਵ ਕਰਨ ਬਾਰੇ ਕੁਝ ਦੱਸਿਆ ਹੈ ਸੋ ਦੋਨਾਂ ਦੇ ਵਿੱਚੋਂ ਕੋਈ ਆਪਸ਼ਨ ਵੀ ਨਹੀਂ ਔਨ ਦਾ ਅਦਰ ਹੈਂਡ ਜੋ ਆਈਦਰ ਔਰ ਹੈ ਉਹ ਕੀ ਕਹਿੰਦਾ ਦੋਨਾਂ ਵਿੱਚੋਂ ਕੋਈ ਇੱਕ ਐਂਡ ਨਾਈਦਰ ਨੋਰ ਮਤਲਬ ਦੋਨਾਂ ਵਿੱਚੋਂ ਕੋਈ ਵੀ ਨਹੀਂ ਨੈਕਸਟ ਕੋਰਿਲੇਟਿਵ ਕੰਜੰਕਸ਼ਨ ਇਜ਼ ਨਾਟ ਓਨਲੀ ਬਟ ਆਲਸੋ ਇਹਦਾ ਮਤਲਬ ਹੁੰਦਾ ਨਾ ਸਿਰਫ ਇਹ ਬਲਕਿ ਇਹ ਵੀ ਐਂਡ ਇਹ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜ਼ਿਆਦਾ ਫਾਰਮਲ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਨਾ ਹੈ ਉਦੋਂ ਇਹਦੀ ਵਰਤੋਂ ਕੀਤੀ ਜਾਂਦੀ ਹੈ ਹੀ ਨਾਟ ਓਨਲੀ ਸਮੋਕਸ ਬਟ ਡਰਿੰਕਸ ਆਲਸੋ ਉਹ ਨਾ ਸਿਰਫ ਤੰਬਾਕੂਨੋਸ਼ੀ ਕਰਦਾ ਹੈ ਬਲਕਿ ਸ਼ਰਾਬ ਵੀ ਪੀਂਦਾ ਹੈ ਇਸ ਨੂੰ ਅਸੀਂ ਸਿੰਪਲ ਲੈਂਗੁਏਜ ਦੇ ਵਿੱਚ ਐਵੇਂ ਵੀ ਕਹਿ ਸਕਦੇ ਹਾਂ ਹੀ ਸਮੋਕਸ ਐਂਡ ਡਰਿੰਕਸ ਬਟ ਉਹ ਇੰਨਾ ਜ਼ਿਆਦਾ ਗ੍ਰਾਮੈਟੀਕਲੀ ਸਾਊਂਡ ਨਹੀਂ ਲੱਗਦਾ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਸੋ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਜ਼ਿਆਦਾ ਫਾਰਮਲ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਿੱਦਾਂ ਤੁਸੀਂ ਯੂਜ਼ ਕਰ ਸਕਦੇ ਹੋ ਨਾਟ ਓਨਲੀ ਐਂਡ ਬਟ ਆਲਸੋ ਹੀ ਨਾਟ ਓਨਲੀ ਸਮੋਕਸ ਬਟ ਡਰਿੰਕਸ ਆਲਸੋ ਨੈਕਸਟ ਇਜ਼ ਦ ਕਾਰ ਨਾਟ ਓਨਲੀ ਇਜ਼ ਇਕੋਨੋਮਿਕਲ ਬਟ ਆਲਸੋ ਫੀਲਸ ਗੁੱਡ ਟੂ ਡਰਾਈਵ ਕਾਰ ਨਾ ਸਿਰਫ ਸਸਤੀ ਹੈ ਬਲਕਿ ਚਲਾਉਣ ਦੇ ਵਿੱਚ ਵੀ ਵਧੀਆ ਹੈ
ਸੋ ਇੱਥੇ ਇੱਦਾਂ ਵੀ ਕਿਹਾ ਜਾ ਸਕਦਾ ਦ ਕਾਰ ਇਜ਼ ਇਕੋਨੋਮਿਕਲ ਐਂਡ ਫੀਲਸ ਗੁੱਡ ਟੂ ਡਰਾਈਵ, ਬਟ ਅਗੇਨ ਉਹ ਜ਼ਿਆਦਾ ਵਧੀਆ ਨਹੀਂ ਲੱਗਦਾ। Next example is internet not only has advantages but disadvantages also. So not only but also ਕਦੋਂ यूज़ ਕੀਤਾ ਜਾਂਦਾ ਹੈ, ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਜ਼ਿਆਦਾ ਫਾਰਮਲ ਤਰੀਕੇ ਦੇ ਨਾਲ, ਜ਼ਿਆਦਾ ਅਟਰੈਕਟਿਵ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਨਾ ਚਾਹੁੰਦੇ ਹੋ। ਨੈਕਸਟ ਕੋਰਿਲੇਟਿਵ ਕੰਜੰਕਸ਼ਨ ਇਜ਼ ਦੋ ਯੈਟ, ਹਾਲਾਂਕਿ ਫਿਰ ਵੀ। ਸੋ ਦੋ ਔਰ ਈਵਨ ਦੋ ਯੈਟ ਦੇ ਨਾਲ ਯੂਜ਼ ਕੀਤਾ ਜਾਂਦਾ ਦੋਨੋਂ। ਐਂਡ ਇਹ ਕਦੋਂ ਯੂਜ਼ ਕੀਤਾ ਜਾਂਦਾ ਹੈ, ਜਦੋਂ ਕਿ ਕਿਸੇ ਇੱਕ ਸਟੇਟਮੈਂਟ ਤੋਂ ਦੂਸਰੀ ਸਟੇਟਮੈਂਟ ਦਾ ਦੋਨਾਂ ਦਾ ਓਪੋਜੀਸ਼ਨ ਦਿਖਾਉਣਾ ਹੋਵੇ, ਯਾਨੀ ਕਿ ਇੱਕ ਜਿਹੜੀ ਚੀਜ਼ ਤੁਸੀਂ ਮੈਂਸ਼ਨ ਕੀਤੀ ਹੈ ਦੂਸਰੀ ਉਹਦੇ ਬਿਲਕੁਲ ਉਲਟ ਹੈ, ਯਾਨੀ ਕਿ ਕੰਟਰਾਸਟ ਦਿਖਾਉਣ ਲਈ, ਓਪੋਜੀਸ਼ਨ ਦਿਖਾਉਣ ਲਈ, ਵਿਰੋਧ ਦਿਖਾਉਣ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਦੋ ਹੀ ਇਜ਼ ਰਿਚ, ਹਾਲਾਂਕਿ ਉਹ ਅਮੀਰ ਹੈ ਪਰ ਫਿਰ ਵੀ ਉਹ ਖੁਸ਼ ਨਹੀਂ ਹੈ, ਯਾਨੀ ਕਿ ਹੋਣਾ ਕੀ ਚਾਹੀਦਾ ਕਿ ਉਹ ਅਮੀਰ ਹੈ ਤਾਂ ਉਹ ਖੁਸ਼ ਵੀ ਹੋਏਗਾ, ਬਟ ਇੱਥੇ ਸਟੇਟਮੈਂਟਸ ਨੇ ਉਹ ਇੱਕ ਦੂਸਰੇ ਦੇ ਓਪੋਜ਼ਿਟ ਨੇ। ਹਾਲਾਂਕਿ ਉਹ ਅਮੀਰ ਹੈ ਪਰ ਫਿਰ ਵੀ ਉਹ ਖੁਸ਼ ਨਹੀਂ ਹੈ। Even though all the students were in class, yet there was pin drop silence. ਹਾਲਾਂਕਿ ਸਾਰੇ ਵਿਦਿਆਰਥੀ ਕਲਾਸ ਵਿੱਚ ਹੀ ਸਨ, ਬਟ ਯਾਨੀ ਕਿ ਫਿਰ ਵੀ ਪੂਰਾ ਸन्नाटा ਸੀ। ਸੋ ਹੋਣਾ ਕੀ ਚਾਹੀਦਾ ਕਿ ਸਟੂਡੈਂਟਸ ਬਹੁਤ ਜ਼ਿਆਦਾ ਨੋਇਸ ਕਰਦੇ ਹੈ, ਬਹੁਤ ਜ਼ਿਆਦਾ ਰੌਲਾ ਪਾਉਂਦੇ ਹੈ। ਸੋ ਇੱਥੇ ਕੀ ਹੋਣਾ ਚਾਹੀਦਾ ਹੈ ਕਿ ਸਟੇਟਮੈਂਟਸ ਇੱਕ ਦੂਸਰੇ ਦੇ ਯਾਨੀ ਕਿ ਓਪੋਜ਼ਿਟ ਨੇ, ਯਾਨੀ ਕਿ ਅਗਰ ਸਟੂਡੈਂਟ ਕਲਾਸ ਦੇ ਵਿੱਚ ਨਹੀਂ ਤਾਂ ਰੌਲਾ ਹੋਣਾ ਚਾਹੀਦਾ ਹੈ, ਬਟ ਸਟੇਟਮੈਂਟ ਹੀ ਉਲਟੀ ਹੈ ਉਹਦੀ, ਯਾਨੀ ਕਿ ਸਟੂਡੈਂਟ ਕਲਾਸ ਵਿੱਚ ਨਹੀਂ ਪਰ ਫਿਰ ਵੀ ਪੂਰਾ ਸन्नाटा ਹੈ, ਯਾਨੀ ਕਿ ਪੂਰੀ ਜੋ ਸ਼ਾਂਤੀ ਹੈ ਉਹ ਹੈ। ਸੋ ਸਟੇਟਮੈਂਟਸ ਇੱਕ ਦੂਸਰੇ ਦਾ ਓਪੋਜੀਸ਼ਨ ਕਰ ਰਹੀਆਂ ਨੇ, ਵਿਰੋਧ ਕਰ ਰਹੀਆਂ ਨੇ, ਯਾਨੀ ਕਿ ਕੰਟਰਾਸਟ ਕਰ ਰਹੀਆਂ ਨੇ। ਸੋ ਦੋ ਯੈਟ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ, ਜਦੋਂ ਦੋ ਸਟੇਟਮੈਂਟਸ ਇੱਕ ਦੂਸਰੇ ਦਾ ਵਿਰੋਧ ਕਰਨ। ਦੋ ਦੇ ਵਰ ਗੁੱਡ ਫਰੈਂਡਸ ਯੈਟ ਦੇ ਕੁਐਰਲਡ ਆਫਨ, ਹਾਲਾਂਕਿ ਉਹ ਚੰਗੇ ਦੋਸਤ ਸਨ ਫਿਰ ਵੀ ਉਹ ਅਕਸਰ ਝਗੜਾ ਕਰਦੇ ਸਨ। ਸੋ ਦੋ ਯੈਟ ਦਾ ਬਹੁਤ ਹੀ ਸਿੰਪਲ ਜਿਹਾ ਯੂਜ਼ ਹੈ। ਇਹ ਕਦੋਂ ਵਰਤਿਆ ਜਾਂਦਾ ਹੈ, ਜਦੋਂ ਦੋ ਸਟੇਟਮੈਂਟਸ ਦੇ ਵਿੱਚ ਆਪਸ ਦੇ ਵਿੱਚ ਵਿਰੋਧ ਦੱਸਣਾ ਹੋਵੇ, ਯਾਨੀ ਕਿ ਕੰਟਰਾਸਟ ਦਿਖਾਉਣਾ ਹੋਵੇ, ਉਦੋਂ ਦੋ ਯੈਟ ਦੀ ਵਰਤੋਂ ਕੀਤੀ ਜਾਂਦੀ ਹੈ। Next correlative conjunction is so that. So यानी इन्ना and that ਦਾ ਮਤਲਬ ਹੈ ਕਿ। so that ਕਦੋਂ ਵਰਤਿਆ ਜਾਂਦਾ ਹੈ, ਜਦੋਂ ਕਿਸੇ ਕੁਆਲਿਟੀ ਨੂੰ ਇੰਟੈਂਸੀਫਾਈ ਕਰਨਾ ਹੋਵੇ, ਯਾਨੀ ਕਿ ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਿੰਨੀ ਕੁ ਹੈ, ਯਾਨੀ ਕਿ ਉਹਦੀ ਇੰਟੈਂਸਿਟੀ ਦੱਸਣੀ ਹੋਵੇ। ਲੰਡਨ ਇਜ਼ ਸੋ ਬਿਊਟੀਫੁਲ, ਲੰਡਨ ਇੰਨਾ ਖੂਬਸੂਰਤ ਹੈ, that ਕਿ I'll never forget it, ਮੈਂ ਇਹਨੂੰ ਕਦੇ ਵੀ ਨਹੀਂ ਭੁੱਲਾਂਗਾ। ਸੋ ਇੱਥੇ ਸੋ ਕੀ ਦੱਸ ਰਿਹਾ, ਬਹੁਤ ਜ਼ਿਆਦਾ, ਯਾਨੀ ਕਿ ਇੰਟੈਂਸਿਟੀ ਦੱਸ ਰਿਹਾ ਕਿ ਬਿਊਟੀਫੁਲ ਯਾਨੀ ਕਿ ਖੂਬਸੂਰਤੀ ਦੀ ਇੰਟੈਂਸਿਟੀ ਕਿੰਨੀ ਹੈ, ਅਸੀਂ ਕਹਿ ਰਹੇ ਬਹੁਤ ਜ਼ਿਆਦਾ ਹੈ। ਨੈਕਸਟ ਇਜ਼ ਹੀ ਇਜ਼ ਸੋ ਇਲ ਦ ਡਾਕਟਰਸ ਡੋਂਟ ਐਕਸਪੈਕਟ ਹਿਮ ਟੂ ਸਰਵਾਈਵ, ਉਹ ਇੰਨਾ ਕੁ ਬਿਮਾਰ ਹੈ ਕਿ ਡਾਕਟਰ ਉਸਦੇ ਬਚਣ ਦੀ ਉਮੀਦ ਨਹੀਂ ਕਰਦੇ। ਸੋ ਅਗੇਨ ਇੱਥੇ ਜੋ ਸਿਚੁਏਸ਼ਨ ਹੈ, ਜੋ ਕੁਆਲਿਟੀ ਹੈ, ਉਹਦੀ ਇੰਟੈਂਸਿਟੀ ਦੱਸ ਰਿਹਾ। ਮਾਈ ਬ੍ਰਦਰ ਵਰਕਡ ਸੋ ਹਾਰਡ ਦੈਟ ਹੀ ਟੋਪਡ ਇਨ ਦ ਕਲਾਸ, ਮੇਰੇ ਭਰਾ ਨੇ ਇੰਨੀ ਮਿਹਨਤ ਕੀਤੀ ਕਿ ਉਹ ਕਲਾਸ ਦੇ ਵਿੱਚ ਟੋਪ ਕੀਤਾ ਉਹਨੇ। ਸੋ ਇੱਥੇ ਸੋ ਕੀ ਦੱਸ ਰਿਹਾ ਹੈ, ਕਿਸੇ ਵੀ ਕੁਆਲਿਟੀ ਦੀ ਜਾਂ ਜੋ ਕੰਮ ਹੋ ਰਿਹਾ ਉਹਦੀ ਇੰਟੈਂਸਿਟੀ ਦੱਸੀ ਜਾ ਰਹੀ ਹੈ ਕਿ ਕਿੰਨਾ ਕੁ ਜੋ ਕੰਮ ਹੈ ਉਹ ਹੋ ਰਿਹਾ ਹੈ। ਸੋ ਨੈਕਸਟ ਕੋਰਿਲੇਟਿਵ ਕੰਜੰਕਸ਼ਨ ਹੈਗਾ ਜੀ ਹਾਰਡਲੀ ਔਰ ਵੈਨ ਐਂਡ ਸਕੇਅਰਸਲੀ ਵੈਨ, ਯਾਨੀ ਮੁਸ਼ਕਿਲ ਨਾਲ। ਹਾਰਡਲੀ ਔਰ ਸਕੇਅਰਸਲੀ ਦਾ ਮਤਲਬ ਕੀ ਹੈ, ਮੁਸ਼ਕਿਲ ਨਾਲ, ਐਂਡ ਵੈਨ ਦਾ ਮਤਲਬ ਜਦੋਂ। ਸੋ ਇਹ ਅਜਿਹੇ ਦੋ ਸੈਂਟੈਂਸਿਸ ਨੂੰ ਆਪਸ ਦੇ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ ਜੋ ਕਿ ਪਾਸਟ ਦੇ ਵਿੱਚ ਇੱਕੋ ਜਿਹਾ ਇੱਕ ਨਾਲ ਕੋਈ ਐਕਸ਼ਨ ਹੋ ਰਿਹਾ ਹੋਵੇ। ਫॉर एग्जाम्पल ਹਾਰਡਲੀ ਹੈਡ ਹੀ ਗੋਨ ਆਊਟ, ਮੁਸ਼ਕਿਲ ਨਾਲ ਉਹ ਬਾਹਰ ਹੀ ਗਿਆ ਸੀ, ਵੈਨ ਇਟ ਸਟਾਰਟਿਡ ਰੇਨਿੰਗ, ਕਿ ਜਦੋਂ ਬਾਰਿਸ਼ ਹੋਣ ਲੱਗ ਗਈ। ਸੋ ਇਹ ਦੋ ਜੋ ਸਾਈਮਲਟੇਨੀਅਸ ਯਾਨੀ ਕਿ ਇੱਕੋ ਟਾਈਮ 'ਤੇ ਜੋ ਦੋ ਐਕਸ਼ਨ ਹੋ ਰਹੀ ਸੀ ਪਾਸਟ ਦੇ ਵਿੱਚ, ਉਹਨਾਂ ਨੂੰ ਕਨੈਕਟ ਕਰਨ ਲਈ ਵਰਤਿਆ ਜਾਂਦਾ ਹੈ। ਨੈਕਸਟ ਇਜ਼ ਐਜ਼ ਸੂਨ ਐਜ਼ ਹੀ ਵੈਂਟ ਆਊਟ ਇਟ ਸਟਾਰਟਿਡ ਰੇਨਿੰਗ, ਜਿਵੇਂ ਹੀ ਉਹ ਬਾਹਰ ਗਿਆ ਬਾਰਿਸ਼ ਹੋਣ ਲੱਗ ਗਈ। ਸੋ ਹਾਰਡਲੀ ਔਰ ਵੈਨ ਦੀ ਜਗ੍ਹਾ 'ਤੇ ਐਜ਼ ਸੂਨ ਐਜ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਨੈਕਸਟ ਇਜ਼ ਹਾਰਡਲੀ ਹੈਡ ਆਈ ਰੀਚਡ ਦ ਸਟੇਸ਼ਨ ਵੈਨ ਦ ਟ੍ਰੇਨ ਕੇਮ, ਮੈਂ ਮੁਸ਼ਕਿਲ ਨਾਲ ਸਟੇਸ਼ਨ 'ਤੇ ਪਹੁੰਚਿਆ ਹੀ ਸੀ ਕਿ ਰੇਲ ਗੱਡੀ ਆ ਗਈ। ਐਂਡ ਇਸ ਨੂੰ ਕਿਸ ਤਰੀਕੇ ਦੇ ਨਾਲ ਲਿਖਿਆ ਜਾ ਸਕਦਾ ਹੈ, no sooner I reached the station than the train came, ਅਜੇ ਮੈਂ ਸਟੇਸ਼ਨ 'ਤੇ ਪਹੁੰਚਿਆ ਹੀ ਸੀ ਕਿ ਰੇਲ ਗੱਡੀ ਆ ਗਈ। ਦੋਨਾਂ ਦਾ ਸੇਮ ਮੀਨਿੰਗ ਹੈ, ਤੁਸੀਂ ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਦੋਨਾਂ ਦਾ ਬਿਲਕੁਲ ਹੀ ਸੇਮ ਮੀਨਿੰਗ ਹੈ। ਨੈਕਸਟ ਇਜ਼ ਸਕੇਅਰਸਲੀ ਹੈਡ ਹੀ ਐਂਟਰਡ ਦ ਰੂਮ ਵੈਨ ਹੀ ਸੌ ਅ ਸਨੇਕ, ਮੁਸ਼ਕਿਲ ਨਾਲ ਉਹ ਕਮਰੇ ਵਿੱਚ ਦਾਖਲ ਹੋਇਆ ਸੀ ਕਿ ਜਦੋਂ ਉਸਨੇ ਇੱਕ ਸੱਪ ਨੂੰ ਦੇਖਿਆ। ਸੋ ਹਾਰਡਲੀ ਵੈਨ ਜਦੋਂ ਦੋ ਪਾਸਟ ਦੇ ਵਿੱਚ ਇੱਕੋ ਟਾਈਮ 'ਤੇ ਕੋਈ ਦੋ ਐਕਸ਼ਨ ਹੋ ਰਹੇ ਹੋਣ, ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਲਈ ਹਾਰਡਲੀ ਔਰ ਸਕੇਅਰਸਲੀ ਵੈਨ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਨੈਕਸਟ ਕੋਰਿਲੇਟਿਵ ਕੰਜੰਕਸ਼ਨ ਹੈ ਵੈਦਰ ਔਰ, ਐਂਡ ਇਟ ਇਜ਼ ਵੈਰੀ ਸਿੰਪਲ, ਬਹੁਤ ਹੀ ਜ਼ਿਆਦਾ ਸਿੰਪਲ ਹੈ।
ਫੋਰ ਐਗਜ਼ਾਮਪਲ ਜਦੋਂ ਇਹ ਕਹਿਣਾ ਹੈ ਕਿ ਚਾਹੇ ਇਹ ਕੰਮ ਹੋਵੇ ਜਾਂ ਉਹ ਹੋਵੇ ਮੈਨੂੰ ਕੋਈ ਪਰਵਾਹ ਨਹੀਂ, ਆਈ ਡੋਂਟ ਕੇਅਰ ਵੈਦਰ ਹੀ ਅਟੈਂਡਸ ਦਾ ਫੰਕਸ਼ਨ ਔਰ ਨਾਟ, ਮੈਨੂੰ ਕੋਈ ਪਰਵਾਹ ਨਹੀਂ ਚਾਹੇ ਉਹ ਸਮਾਗਮ ਵਿੱਚ ਸ਼ਾਮਿਲ ਹੋਵੇ ਜਾਂ ਨਾ। ਸੋ ਵੈਦਰ ਔਰ ਡਬਲ ਕੰਜੰਕਸ਼ਨ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਟਸ ਆਲ ਸੇਮ ਫॉर ਮੀ ਵੈਦਰ ਯੂ ਟੇਕ ਪਾਰਟ ਇਨ ਗੇਮਸ ਔਰ ਨਾਟ, ਮੇਰੇ ਲਈ ਸਭ ਇੱਕ ਸਮਾਨ ਹੈ, ਇੱਕੋ ਜਿਹਾ ਹੈ, ਚਾਹੇ ਤੁਸੀਂ ਖੇਡਾਂ ਦੇ ਵਿੱਚ ਹਿੱਸਾ ਲਓ ਜਾਂ ਨਾ। ਸੋ ਵੈਦਰ ਦਾ ਮਤਲਬ ਹੈ ਚਾਹੇ ਔਰ ਦਾ ਮਤਲਬ ਹੈ ਜਾਂ। ਐਂਡ ਇਹ ਕੋਰਿਲੇਟਿਵ ਕੰਜੰਕਸ਼ਨ ਹੈ ਸੱਚ ਦੈਟ, ਅਜਿਹਾ ਔਰ ਇੰਨਾ, ਐਂਡ ਦੈਟ ਦਾ ਮਤਲਬ ਹੈ ਕਿ। ਸੋ ਸੱਚ ਦੈਟ ਰੀਜ਼ਨ ਦੇਣ ਲਈ ਵਰਤਿਆ ਜਾਂਦਾ ਹੈ, ਯਾਨੀ ਕਿ ਕੋਈ ਜੋ ਕਾਰਨ ਹੈ ਉਹ ਦੱਸਣ ਲਈ ਵਰਤਿਆ ਜਾਂਦਾ ਹੈ। ਦ ਬੋਏ ਆਸਕਡ ਸੱਚ ਅ ਫੁਲਿਸ਼ ਕੁਐਸਚਨ ਦੈਟ ਐਵਰੀਬਡੀ ਲਾਫਡ ਐਟ ਹਿਮ, ਮੁੰਡੇ ਨੇ ਅਜਿਹਾ ਮੂਰਖ ਸਵਾਲ ਪੁੱਛਿਆ ਕਿ ਹਰ ਕੋਈ ਉਸ 'ਤੇ ਹੱਸ ਪਿਆ। ਸੋ ਇੱਥੇ ਹੱਸਣ ਦਾ ਰੀਜ਼ਨ ਦੱਸਿਆ ਜਾ ਰਿਹਾ ਕਿ ਸਾਰੇ ਕਿਉਂ ਹੱਸੇ, ਬਿਕਾਜ਼ ਹੀ ਆਸਕਡ ਅ ਵੈਰੀ ਫੁਲਿਸ਼ ਕੁਐਸਚਨ। ਇਟ ਵਾਜ਼ ਸੱਚ ਅ ਹੌਟ ਡੇ ਦੈਟ ਨੋਬਡੀ ਕੁਡ ਡੂ ਐਨੀ ਵਰਕ, ਇਹ ਇੰਨਾ ਗਰਮ ਦਿਨ ਸੀ ਕਿ ਕੋਈ ਵੀ ਕੰਮ ਨਹੀਂ ਕਰ ਸਕਿਆ। ਸੋ ਇੱਥੇ ਕੰਮ ਨਾ ਕਰਨ ਦਾ ਰੀਜ਼ਨ ਦੱਸਿਆ ਜਾ ਰਿਹਾ ਹੈ। ਸੋ ਸੱਚ ਦੈਟ ਦੀ ਵਰਤੋਂ ਰੀਜ਼ਨ ਦੇਣ ਲਈ ਕੀਤੀ ਜਾਂਦੀ ਹੈ। ਨੈਕਸਟ ਕੋਰਿਲੇਟਿਵ ਕੰਜੰਕਸ਼ਨ ਹੈ ਰਾਦਰ ਦੈਨ, ਦੀ ਬਜਾਏ, ਯਾਨੀ ਕਿ ਇਹ ਕੰਮ ਕਰਨ ਦੀ ਬਜਾਏ ਮੈਂ ਇਹ ਕਰਨਾ ਪਸੰਦ ਕਰਾਂਗਾ। ਸੋ ਰਾਦਰ ਦੈਨ ਕਦੋਂ ਵਰਤਿਆ ਜਾਂਦਾ ਹੈ? ਜਦੋਂ ਕਿਸੇ ਇਫੈਕਟ ਦੀ ਇੰਟੈਂਸਿਟੀ ਦੱਸਣੀ ਹੋਵੇ। ਅਗੇਨ ਜਿਵੇਂ ਅਸੀਂ ਪਹਿਲਾਂ ਕਿਹਾ ਸੋ ਔਰ ਦੈਟ, ਸੋ ਇਹਦਾ ਵੀ ਥੋੜ੍ਹਾ ਸਿਮਿਲਰ ਜਿਹਾ ਯੂਜ਼ ਹੈ। ਮੈਂ ਚੋਰੀ ਕਰਨ ਦੀ ਬਜਾਏ ਭੁੱਖਾ ਮਰ ਜਾਵਾਂਗਾ, ਯਾਨੀ ਕਿ ਜਦੋਂ ਕੰਸੈਂਟ ਦੱਸਣੀ ਹੋਵੇ ਕਿ ਮੈਂ ਇਹ ਕੰਮ ਕਰਨ ਦੀ ਬਜਾਏ ਇਹ ਕੰਮ ਕਰਨਾ ਜ਼ਿਆਦਾ ਪਸੰਦ ਕਰਾਂਗਾ। I shall rather starve than steal. He would rather die than beg. ਉਹ ਭੀਖ ਮੰਗਣ ਦੀ ਬਜਾਏ ਮਰ ਜਾਏਗਾ। ਸੋ ਆਈ ਹੋਪ ਕਿ ਕੋਰਿਲੇਟਿਵ ਕੰਜੰਕਸ਼ਨਸ ਜਿੰਨੇ ਵੀ ਅਸੀਂ ਡਿਸਕਸ ਕੀਤੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਥੈਂਕ ਯੂ, ਹੈਵ ਅ ਨਾਈਸ ਡੇ।